अच्छा, ਅੱਜ ਦਾ ਆਪਣਾ ਸਵਾਲ ਹੈ ਜੀ। ਮੈਂ ਕਰਾਂਗਾ ਸਵਾਲ, ठीक हो गया। ਠੀਕ ਹੈ। ਔਰ ਉਹਦਾ ਤੁਸੀਂ ਪੂਰੀ ਗੌਰ ਨਾਲ ਗੱਲ ਸੁਣਨੀ, ਗੌਰ ਨਾਲ ਸਵਾਲ ਸੁਣਨਾ ਹੈ। ठीक है। ਉਸ ਤੋਂ ਬਾਅਦ ਉਹਦਾ ਸਹੀ ਜਵਾਬ ਦੇਣਾ ਹੈ। ਠੀਕ ਹੋ ਗਿਆ ਜੀ। ਸਵਾਲ ਇਹ ਹੈ ਕਿ ਇੱਕ ਬਾਦਸ਼ਾਹ ਹੈ, ਉਹਦੀ ਇੱਕ ਲੜਕੀ ਹੈ, ਔਰ ਇੱਕ ਦੂਸਰੇ ਮੁਲਕ ਦੇ ਬਾਦਸ਼ਾਹ ਹੈ, ਔਰ ਉਹਦੇ 3 ਬੇਟੇ ਨੇ। ਉਹਨਾਂ ਤਿੰਨਾਂ ਬੇਟਿਆਂ ਨੂੰ ਬਾਦਸ਼ਾਹ ਦੀ ਉਹ ਲੜਕੀ ਪਸੰਦ ਆ ਜਾਂਦੀ। ਇੱਕ ਹੀ ਲੜਕੀ ਹੈ ਬਾਦਸ਼ਾਹ ਦੀ, ਔਰ ਤਿੰਨਾਂ ਨੂੰ ਪਸੰਦ ਆਉਂਦੀ ਹੈ। ਔਰ ਤਿੰਨੇ ਆਪਣੇ ਬਾਪ ਨੂੰ ਇਜ਼ਹਾਰ ਕਰਦੇ ਨੇ ਕਿ ਅਸੀਂ ਜੀ ਫਲਾਂ ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਕਰਨੀ ਹੈ। ਹੁਣ ਆਖਦੇ ਵੀ ਉਹ ਇੱਕ ਲੜਕੀ ਹੈ, ਤੁਸੀਂ ਤਿੰਨ ਹੋ, ਚਲੋ ਮੈਂ ਜਾ ਕੇ ਰਿਸ਼ਤਾ ਪੁੱਛਣਾ, ਜਿਹਨੂੰ ਉਸ ਰਿਸ਼ਤਾ ਦੇ ਦਿੱਤਾ ਉਹਦੇ ਨਾਲ ਸ਼ਾਦੀ ਹੋ ਜਾਵੇਗੀ। ਸਹੀ ਉਹ ਬਾਦਸ਼ਾਹ ਜਾ ਕੇ ਉਹਦੇ ਨੂੰ ਦੱਸਦਾ ਜਾ ਕੇ ਜੀ ਕਿ ਇਹ ਇਸ ਤਰ੍ਹਾਂ ਮੇਰੇ 3 ਬੱਚੇ ਨੇ, ਉਹਨਾਂ ਨੂੰ ਤੁਹਾਡੀ ਬੇਟੀ ਪਸੰਦ ਹੈ। ਉਹ ਬਾਦਸ਼ਾਹ ਵੀ ਆਖਦਾ ਜੀ ਉਹ ਤੁਹਾਡੇ 3 ਬੇਟੇ ਨੇ, ਮੇਰੀ ਇੱਕ ਬੇਟੀ ਹੈ, ਤੇ ਚਲੋ ਆਪਾਂ ਲੜਕੀ ਨੂੰ ਪੁੱਛਦੇ ਹਾਂ। ਲੜਕੀ ਜਿਹਦੇ ਨਾਲ ਸ਼ਾਦੀ ਤੇ ਰਜ਼ਾਮੰਦ ਹੋਵੇਗੀ ਉਹਦੇ ਨਾਲ ਆਪਾਂ ਲੜਕੀ ਦੀ ਸ਼ਾਦੀ ਕਰ ਦੇਵਾਂਗੇ। ਸਹੀ ਲੜਕੀ ਨੂੰ ਜਾ ਕੇ ਦੱਸਦੇ ਨੇ, ਲੜਕੀ ਆਖਦੀ ਜੀ ਸਾਰੇ ਸ਼ਹਿਜ਼ਾਦੇ ਨੇ, ਠੀਕ ਹੈ, ਸ਼ਕਲ ਸੂਰਤ ਦੇ ਲਿਹਾਜ਼ ਨਾਲ, ਪੜ੍ਹਾਈ ਲਿਖਾਈ ਦੇ ਲਿਹਾਜ਼ ਨਾਲ ਤਿੰਨੇ ਬਾਦਸ਼ਾਹ ਨੇ, ਉਹ ਤਾਂ ਠੀਕ ਹੈ, ਤੇ ਲੇਕਿਨ ਮੇਰੇ ਵਾਸਤੇ ਮੁਸ਼ਕਿਲ ਹੈ। ਲੇਕਿਨ ਮੈਂ ਇੱਕ ਸ਼ਰਤ ਰੱਖਦੀ ਹਾਂ ਕਿ ਜਿਹਨੇ ਮੇਰੀ ਉਹ ਸ਼ਰਤ ਪੂਰੀ ਕਰ ਦਿੱਤੀ ਮੈਂ ਉਹਦੇ ਨਾਲ ਸ਼ਾਦੀ ਕਰ ਲਵਾਂਗੀ। ਮਤਲਬ ਹੋਰ ਤਾਂ ਬਾਦਸ਼ਾਹ ਦੀ ਕੋਈ ऑब्जेक्शन नहीं सी ना कि कोई पढ़ा घाट है या कोई सोना नहीं है या कोई भी ਉਹਦੇ ਕੋਲ लड़की कोई एतराज तो नहीं कर सकती सी ਤਿੰਨਾਂ ਦੇ ਵਿੱਚੋਂ ਹੀ। कोई रीजन नहीं सी। ਕੋਈ ਰੀਜ਼ਨ ਨਹੀਂ ਸੀ। ਲੇਕਿਨ ਉਹ ਆਖਦੀ ਕਿ ਮੈਂ ਇੱਕ ਸ਼ਰਤ ਰੱਖਾਂਗੀ, ਜਿਹਨੇ ਉਹ ਸ਼ਰਤ ਪੂਰੀ ਕਰ ਦਿੱਤੀ ਮੈਂ ਉਹਦੇ ਨਾਲ ਸ਼ਾਦੀ ਕਰਾਂਗੀ, ਪਰ ਬਾਕੀਆਂ ਨੂੰ ਉਹਦੇ ਤੇ ਮੁਤਮਿਨ ਹੋਣਾ ਪੈਣਾ। ਸਹੀ ਹੈ। ਉਹ ਆਖਦੇ ਨੇ ਠੀਕ ਹੈ ਜੀ। ਬਾਹਰ ਉਹ ਸ਼ਹਿਜ਼ਾਦੇ ਜਿਹੜੇ ਹੁੰਦੇ ਨੇ ਉਹ ਵੀ ਇਸ ਗੱਲ ਤੇ ਐਗਰੀ ਹੋ ਜਾਂਦੇ ਨੇ, ਜਿਹੜੇ ਬਾਦਸ਼ਾਹ ਦੋਵੇਂ ਹੁੰਦੇ ਨੇ ਉਹ ਵੀ ਇਸ ਗੱਲ ਤੇ ਐਗਰੀ ਹੋ ਜਾਂਦੇ ਨੇ। ਉਹ ਆਖਦੇ ਜੀ ਜਿਹੜਾ ਸ਼ਹਿਜ਼ਾਦਾ 1 ਸਾਲ ਟਾਈਮ ਹੈ, ਜਿਹੜਾ ਸ਼ਹਿਜ਼ਾਦਾ ਮੇਰੇ ਵਾਸਤੇ ਤਿੰਨੋਂ ਗਿਫਟ ਲਿਆਣਗੇ, ਜਿਹਦਾ ਗਿਫਟ ਮੈਨੂੰ ਸਭ ਤੋਂ ਅੱਛਾ ਲੱਗਾ ਮੈਂ ਉਹਦੇ ਨਾਲ ਸ਼ਾਦੀ ਕਰ ਲਵਾਂਗੀ। ਸਹੀ ਹੈ। ਠੀਕ ਹੈ, ਗਿਫਟ ਅਨਮੋਲ ਹੋਣਾ ਚਾਹੀਦਾ। ਇਹ ਨਹੀਂ ਬਾਜ਼ਾਰ 'ਚ ਕੋਈ ਵੀ ਚੀਜ਼ ਮਹਿੰਗੀ ਤੋਂ ਮਹਿੰਗੀ, ਬੇਸ਼ੱਕ ਭਾਵੇਂ ਮਹਿੰਗਾ ਹੋਵੇ, ਉਹ ਮੈਨੂੰ ਪਸੰਦ ਨਾ ਆਵੇ, ਕੋਈ ਅਨਮੋਲ ਚੀਜ਼ ਹੋਵੇ ਜਿਹੜੀ ਮੈਂ ਪਹਿਲੇ ਨਾ ਵੇਖੀ ਹੋਵੇ, ਜਾਂ ਕੋਈ ਐਸਾ ਹੋਣਾ ਚਾਹੀਦੀ ਚੀਜ਼ ਨਾ। ਸਹੀ ਹੈ। ਪੈਸੇ ਲਿਆਉਣਾ ਤਾਂ ਕੋਈ ਵੀ ਖਰੀਦ ਸਕਦੇ ਸੀ, ਮਹਿੰਗੀ ਤੋਂ ਮਹਿੰਗੀ ਵੀ। ਅੱਛਾ, ਉਹ ਟੁਰ ਪੈਂਦੇ ਨੇ, ਤਿੰਨੋਂ ਸਾਲ ਦਾ ਸਮਾਨ ਲੈਂਦੇ ਨੇ, ਨਾਲ ਕੋਈ 2-4 ਨੌਕਰ ਆਪਣੇ ਨਾਲ ਲੈਂਦੇ ਨੇ, ਟੁਰ ਪਾਉਂਦੇ ਨੇ ਜੀ। ਹੁਣ ਜਿਹੜੇ ਮਸ਼ਰਕ ਵਾਲੇ ਪਾਸੇ ਜਾਂਦੇ ਨੇ ਨਾ, ਕੋਈ 2-4 ਮਹੀਨੇ ਸਫ਼ਰ ਕਰਦੇ ਨੇ, ਅੱਗੋਂ ਉਹਨਾਂ ਨੂੰ ਇੱਕ ਬਾਜ਼ਾਰ 'ਚ ਗੁਜ਼ਰਦੇ ਨੇ, ਤੇ ਬਾਜ਼ਾਰ 'ਚ ਇੱਕ ਨਾ ਕਲੀਨ ਵੇਚ ਰਿਹਾ ਹੁੰਦਾ ਬੰਦਾ ਨਾ, ਔਰ ਉਹ ਹੋਕਾ ਦੇ ਰਿਹਾ ਹੁੰਦਾ ਕਿ ਜੀ ਇਸ ਕਲੀਨ ਦੀ ਇੱਕ ਖੂਸੀਅਤ ਹੈ ਕਿ ਜਿਹੜਾ ਤੁਸੀਂ ਇਸ ਕਲੀਨ ਤੇ ਬਹੋਗੇ, ਜਿਸ ਜਗ੍ਹਾ ਦਾ ਜ਼ਿਹਨ 'ਚ ਨਾ ਲਿਆਵੋਗੇ, ਸਹੀ ਠੀਕ ਹੈ, ਤੁਸੀਂ ਪਲਕ ਝਪਕਦਿਆਂ ਯਾਨੀ ਕਿ ਚੰਦ ਸੈਂਗੜੇ ਤੁਸੀਂ ਉੱਥੇ ਪਹੁੰਚ ਜਾਓਗੇ। ਸਹੀ ਹੈ। ਉਹ ਆਪਣੇ ਨੌਕਰਾਂ ਨਾਲ ਸਲਾਹ ਕਰਦਾ ਵੀ ਇਹ ਚੀਜ਼ ਤਾਂ ਬਾਦਸ਼ਾਹ ਦੀ ਨਹੀਂ ਵੇਖੀ ਹੋਣੀ। ਉਹ ਵੀ ਆ ਰਹੇ ਹਨ ਜੀ, ਇਹ ਤਾਂ ਅਨਮੋਲ ਚੀਜ਼ ਹੈ, ਅੱਜ ਤੱਕ ਅਸੀਂ ਨਹੀਂ ਵੇਖੀ, ਤੇ ਬਾਦਸ਼ਾਹ ਦੀ ਕਿੱਥੇ ਵੇਖੀ ਹੋਣੀ। ਉਹ ਚੀਜ਼ ਖਰੀਦ ਲੈਂਦੇ ਨੇ ਜੀ, ਕਲੀਨ। ਅੱਛਾ, ਉਹ ਆਪਣੇ ਉਸ ਜਿਹੜਾ ਉਹਨਾਂ ਟਿਕਾਣਾ ਦੱਸਦਾ ਹੁੰਦਾ ਵੀ ਸਾਲ ਬਾਅਦ ਇਸ ਫਲਾਣੀ ਜਗ੍ਹਾ ਤੇ ਨਾ, ਉਹਨਾਂ ਤਿੰਨਾਂ ਜਦੋਂ ਵਿਛੜਨ ਲੱਗਦੇ ਨੇ ਨਾ, ਉਹ ਦੱਸਦੇ ਨੇ ਵੀ ਆਪਾਂ ਇਸ ਜਗ੍ਹਾ ਤੇ ਦੁਬਾਰਾ ਜਿੱਥੋਂ ਆਪਾਂ ਵਿਛੜੇ ਹਾਂ, ਸਾਲ ਬਾਅਦ ਆਪਾਂ ਆਪਣੀ ਆਪਣੀ ਚੀਜ਼ ਲੈ ਕੇ ਇੱਥੇ ਆ ਜਾਣਾ। ਜਿਹੜਾ ਪਹਿਲੇ ਆ ਜਾਏਗਾ ਉਹ ਇੱਥੇ ਆ ਕੇ ਰੈਸਟ ਕਰੇਗਾ, ਮਹੀਨਾ ਪਹਿਲੇ ਆ ਜਾਵੇ, 10 ਦਿਨ ਪਹਿਲੇ ਆ ਜਾਵੇ, ਪੜਾਓ ਇੱਥੇ ਆ ਕੇ ਡਾਲੇਗਾ, ਦੂਏ ਵੀ ਸਾਰੇ ਇਕੱਠੇ ਹੋ ਕੇ ਆਪਣੇ ਇੱਥੇ ਆਉਣਗੇ ਜੀ। ਅੱਛਾ, ਜਿਹੜੇ ਮਗਰਬ ਵਾਲੇ ਪੈਸੇ ਗਏ ਹੁੰਦੇ ਨੇ ਉਹ ਇੱਕ ਬਾਜ਼ਾਰ 'ਚ ਗੁਜ਼ਰਦੇ ਨੇ, ਤੋਂ ਇੱਕ ਜਿਹੜਾ ਅਤਰ ਵਾਲਾ ਹੁੰਦਾ ਉਹ ਅਤਰ ਵੇਚ ਰਿਹਾ ਹੁੰਦਾ ਨਾ, ਤੇ ਨਾਲ ਉਹ ਹੋਕਾ ਦੇ ਰਿਹਾ ਹੁੰਦਾ, ਐਲਾਨ ਕਰ ਰਿਹਾ ਹੁੰਦਾ ਕਿ ਇਸ ਅਤਰ ਦੀ ਇੱਕ ਖੂਸੀਅਤ ਹੈ ਕਿ ਤੁਸੀਂ ਮੁਰਦਾ ਬੰਦੇ ਨੂੰ ਲਾ ਦਿਓਗੇ ਤਾਂ ਜ਼ਿੰਦਾ ਹੋ ਜਾਏਗਾ। ਸਹੀ। ਉਹ ਵੀ ਸਾਰੇ ਮੁਤਮਿਨ ਹੁੰਦੇ ਨੇ ਕਿ ਇਹ ਤਾਂ ਕੋਈ ਚੀਜ਼ ਅਸੀਂ ਨਹੀਂ ਵੇਖੀ, ਬਾਦਸ਼ਾਹ ਦੀ ਨਹੀਂ ਵੇਖੀ ਹੋਣੀ, ਤੇ ਬੜੀ ਅਨਮੋਲ ਚੀਜ਼ ਹੈ ਜਿਹੜੀ ਬੰਦਾ ਜ਼ਿੰਦਾ ਕਰ ਦਿੰਦੀ ਹੈ। ਉਹ ਅਤਰ ਖਰੀਦ ਲੈਂਦੇ ਨੇ ਜੀ। ਉਹ ਵੀ ਵਾਪਸੀ ਉਸੇ ਜਗ੍ਹਾ ਤੇ ਜਿਹੜਾ ਟਿਕਾਣਾ ਹੁੰਦਾ ਹੈ ਇਕੱਠੇ ਹੋਣ ਵਾਲਾ, ਉਸ ਪਾਸੇ ਟੁਰ ਪਾਉਂਦੇ ਨੇ। ਹੁਣ ਰਹਿ ਗਿਆ ਇੱਕ ਜੋੜੀ ਜਿਹੜੀ ਸ਼ਮਾਲ ਵਾਲੇ ਪਾਸੇ ਗਈ ਹੁੰਦੀ ਹੈ, ਉਹ ਕੁਝ 2 ਮਹੀਨੇ ਹੋਰ ਸਫ਼ਰ ਕਰਦੇ ਨੇ, ਅੱਗੋਂ ਇੱਕ ਜਗ੍ਹਾ ਤੋਂ ਗੁਜ਼ਰਦੇ ਨੇ, ਤੇ ਇੱਕ ਮਨਿਆਰੀ ਵਾਲਾ ਹੁੰਦਾ, ਉਹ ਸ਼ੀਸ਼ਾ ਵੇਚ ਰਿਹਾ ਹੁੰਦਾ, ਸ਼ੀਸ਼ੇ ਦੀ ਦੁਕਾਨ ਹੁੰਦੀ ਹੈ, तो ऐलान करता जी यह शीशा ऐसा है कि ਜਿਹੜਾ ਤੁਸੀਂ ਸੋਚੋਗੇ ਨਾ ਜਿਸ ਬੰਦੇ ਦੇ ਬਾਰੇ, ਉਹ ਬੰਦਾ ਉਸ ਵਕਤ ਕੀ ਕਰ ਰਿਹਾ ਤੁਹਾਡੇ ਸਾਹਮਣੇ ਅਸਲੀ ਹਾਲਤ ਵਿੱਚ ਆ ਜਾਵੇਗਾ। ਬਿਲਕੁਲ ਜਿਹੜਾ ਕੰਮ ਕਰ ਰਿਹਾ, ਸੁੱਤਾ ਪਿਆ, ਜਾਗਦਾ ਪਿਆ, ਖਾਣਾ ਖਾ ਰਿਹਾ, ਨਹਾ ਰਿਹਾ, ਧੋ ਰਿਹਾ, ਜੋ ਵੀ ਹੈ ਉਹ ਉਸ ਹਾਲਤ ਵਿੱਚ ਸਾਹਮਣੇ ਆ ਜਾਵੇਗਾ ਤੁਹਾਡੇ। ठीक हो ठीक है, वो आखिर भी यह चीज़ भी बड़ी अनमोल है। वो शीशा खरीद लेंदा, साल बाद उस जगह तो इकट्ठे होंगे ने, कोई महीना पहले आ जाता है, कोई 10 दिन बाद आ जाता है, उत्थे इकट्ठे होंगे, जो तिन्ने इकट्ठे हो जाते हैं, खाना शाना बनना शुरू हो जाता है। हुण जो शीशे वाला होंदा है ना, वो सोचता है कि यार जिहदे पिछे सारा वक्त कीता है वो मैं वेखा सही हैं
ਕਿ ਹੁਣ ਕੀ ਕਰ ਰਹੀ ਹੈ ਨਾ। ਤੇ ਉਹ ਐਵੇਂ ਲੰਮਾ ਪਿਆ ਸ਼ੀਸ਼ਾ ਸਾਹਮਣੇ ਲਿਆਂਦਾ ਹੈ, ਸ਼ਹਿਜ਼ਾਦੀ ਦਾ ਜ਼ਿਹਨ 'ਚ ਖਿਆਲ ਲਿਆਂਦਾ ਹੈ, ਕੀ ਵੇਖਦਾ ਕਿ ਸ਼ਹਿਜ਼ਾਦੀ ਫੌਤ ਹੋ ਗਈ ਹੈ ਤੇ ਸ਼ਹਿਜ਼ਾਦੀ ਨੂੰ ਗੁਸਲ ਦਿੱਤਾ ਜਾ ਰਿਹਾ ਹੈ। ਅੱਛਾ ਸ਼ਹਿਜ਼ਾਦੀ ਫੌਤ ਹੋ ਗਈ ਹੈ, ਉਹਨੂੰ ਗੁਸਲ ਦਿੱਤਾ ਜਾ ਰਿਹਾ ਹੈ। ਦਿੱਤਾ ਜਾ ਰਿਹਾ ਉਹ ਤਾਂ ਰੌਲਾ ਪਾ ਦਿੰਦਾ, ਹਾਲ ਕਰ ਦਿੰਦਾ ਹੈ ਕਿ ਉਹ ਸ਼ਹਿਜ਼ਾਦੀ ਮਰ ਗਈ, ਸ਼ਹਿਜ਼ਾਦੀ ਮਰ ਗਈ, ਸ਼ਹਿਜ਼ਾਦੀ ਮਰ ਗਈ। ਉਹ ਆਖਦੇ ਤੈਨੂੰ ਪੈ ਨੂੰ ਕੀ ਹੋ ਗਿਆ, ਤੈਨੂੰ ਕਿਹਨੇ ਦੱਸ ਦਿੱਤਾ ਵੀ? ਕਿਉਂਕਿ ਉਦੋਂ ਦਾ ਸਿਸਟਮ ਇਹ ਸੀ ਨਾ ਵੀ ਕੋਈ ਖੱਤ ਆਵੇਗਾ ਹੈ, ਕੋਈ ਕਾਸਤ ਆਵੇਗਾ, ਫਿਰ ਵੀ ਕਿਸੇ ਚੀਜ਼ ਦਾ ਪਤਾ ਲੱਗਦਾ ਨਾ। ਉਹ ਆਂਦਾ ਬੰਦਾ ਪਰੰਦਾ ਵੀ ਨਹੀਂ ਆਇਆ, ਕੋਈ ਗੱਲ ਵੀ ਨਹੀਂ ਹੋਈ, ਠੀਕ ਹੈ, ਤੇ ਤੂੰ ਰੌਲਾ ਪਾਤਾ, ਤੂੰ ਪਾਗਲ ਤਾਂ ਨਹੀਂ ਹੋ ਗਿਆ? ਉਹ ਆਂਦਾ ਮੇਰੇ ਕੋਲ ਸ਼ੀਸ਼ਾ ਹੈ, ਇਹਦੇ 'ਚ ਪਤਾ ਲੱਗ। ਉਹ ਪਹਿਲੇ ਪਰੇਸ਼ਾਨ ਹੋਣ ਵੀ ਇਹ ਕਿਹੜਾ ਸ਼ੀਸ਼ਾ ਹੋ ਗਿਆ ਵੀ। ਪਹਿਲੇ ਉਹਦਾ ਕਾਫੀ ਬਹਿਸਾ ਕਰਦੇ ਨੇ ਨਾ ਵੀ ਐਸਾ ਕੀ ਚੀਜ਼ ਹੈ। ਅੱਛਾ ਉਹ ਆਖਦਾ ਮੈਂ ਤੁਹਾਨੂੰ ਖਾਣਾ ਪ੍ਰੂਫ ਦੇਣਾ ਤੁਹਾਨੂੰ ਖਾ ਕੇ। ਅੱਛਾ ਉਹ ਇੱਕ ਨੂੰ ਵੇਖਦਾ, ਇੱਕ ਭਰਾ ਵੇਖਦਾ ਪਹਿਲੇ ਮੈਨੂੰ ਖਾ। ਉਹ ਵੇਖਦਾ ਜੀ ਉਦੋਂ ਜੀ ਉਹਨਾਂ ਨੇ ਨਾ ਉਹਨੂੰ ਕਫਨ ਦੇ ਕੇ ਮੰਜੀ ਉਹਦੇ ਵਿਹੜੇ 'ਚ ਪਈ ਹੁੰਦੀ, ਖਰ ਪਈ ਹੁੰਦੀ ਹੈ। ਅੱਛਾ ਉਹ ਯਕੀਨ ਉਹਨੂੰ ਵੀ ਆ ਜਾਂਦਾ ਵੀ ਵਾਕਿਆ ਤਾਂ ਬਾਦਸ਼ਾਹ ਦੀ ਫੌਤ ਹੋ ਗਈ, ਇਹੀ ਬਾਦਸ਼ਾਹ ਦੀ। ਦੂਆ ਹੋਇਆ ਮੈਨੂੰ ਵਿਖਾਓ, ਉਹ ਦੂਏ ਨੂੰ ਵਿਖਾਉਂਦੇ ਨੇ, ਉਹ ਵੀ ਵੇਖਦਾ ਕਿ ਬਾਦਸ਼ਾਹ ਦੀ ਫੌਤ ਹੋ ਗਈ ਤਾਂ ਉਹਦੇ ਜਨਾਜ਼ੇ ਦੀ ਤਿਆਰੀ ਕਰ ਰਹੇ ਨੇ ਲਿਜਾਣ ਵਾਸਤੇ। ਅੱਛਾ ਹੁਣ ਉਹ ਜਿਹੜਾ ਅਤਰ ਵਾਲਾ ਨਾ, ਅਤਰ ਵਾਲਾ ਬੋਲਦਾ ਕਿ ਜੀ ਮੈਂ ਬਾਦਸ਼ਾਹ ਦੀ ਜ਼ਿੰਦਾ ਕਰ ਸਕਦਾ। ਉਹ ਤੂੰ ਕਿਵੇਂ ਜ਼ਿੰਦਾ ਕਰੇਗਾ ਬਾਦਸ਼ਾਹ ਦੀ ਬਈ? ਉਹ ਕਹਿੰਦਾ ਮੇਰੇ ਕੋਲ ਅਤਰ ਹੈ, ਠੀਕ ਹੈ, ਇਹਦੀ ਇੱਕ ਖੂਸੀਅਤ ਹੈ ਕਿ ਮੁਰਦਾ ਬੰਦੇ ਨੂੰ ਲਾ ਰਹੇ ਜ਼ਿੰਦਾ ਹੋ ਜਾਂਦਾ ਹੈ। ਤੇ ਲੇਕਿਨ ਆਪਾਂ ਪਹੁੰਚਾਂਗੇ ਕਿਵੇਂ? ਸਾਲਾਂ ਦਾ ਸਫ਼ਰ ਹੈ। ਉਹ ਕਲੀਨਰਾਂ ਦਾ ਪਹੁੰਚਾ ਮੈਂ ਦੇਣਾ ਤੁਹਾਨੂੰ। ਤਿੰਨੇ ਮਸਲੇ ਉਹ ਹੱਲ ਹੋ ਗਏ ਨਾ, ਕਿ ਪਤਾ ਵੀ ਲੱਗ ਗਿਆ ਤੇ ਜ਼ਿੰਦਾ ਕਰਨ ਵਾਲੀ ਚੀਜ਼ ਵੀ ਮਿਲ ਗਈ, ਉਹਨਾਂ ਨੂੰ ਦਵਾਈ ਵੀ ਮਿਲ ਗਈ ਤੇ ਪਹੁੰਚਣ ਵਾਲੀ ਜਗ੍ਹਾ ਵੀ ਮਿਲ ਗਈ। ਤਿੰਨੇ ਮਸਲੇ ਉਹਨਾਂ ਹੱਲ ਹੋ ਗਏ ਜੀ। ਉਹ ਕਲੀਨ ਤੇ ਤਿੰਨੇ ਬੰਦ ਨੇ। ਕਲੀਨ ਵਾਲਾ ਦਿਲ 'ਚ ਖਿਆਲ ਲਿਆਂਦਾ ਵੀ ਅਸੀਂ ਜੀ ਫਲਾਣੀ ਬਾਦਸ਼ਾਹ 'ਚ ਜਾਣਾ ਨੇ, ਪਾਕਿਸਤਾਨ ਦੇ ਫਲਾਣੇ ਸ਼ਹਿਰ 'ਚ ਫਲਾਣੀ ਜਗ੍ਹਾ 'ਤੇ। ਉਹ ਚੰਦ ਸੈਕਿੰਡ 'ਚ ਉੱਥੇ ਪਹੁੰਚਦੇ ਨੇ ਕਬਰਸਤਾਨ ਦੇ ਵਿੱਚ ਨਾ। ਉਸ ਟਾਈਮ ਉਹ ਜਿਹੜੇ ਕੋਈ 2-3 ਮਿੰਟ ਉਹਨਾਂ ਦੀ ਬਹਿਸ ਹੁੰਦੀ, ਉਹਦੇ 'ਚ ਇੰਨੀ ਦੇਰ ਨੂੰ ਜਨਾਜ਼ਾ ਕਬਰਸਤਾਨ ਪਹੁੰਚ ਜਾਂਦਾ। ਉਹ ਉੱਥੇ ਜਾ ਕੇ ਲਾਂਦੇ ਦੋ ਸਾਰ ਰੌਲਾ ਪਾਣੇ ਜੀ ਅਸੀਂ ਜ਼ਿੰਦਾ ਕਰ ਸਕਦੇ ਹਾਂ ਸ਼ਹਿਜ਼ਾਦੀ, ਠੀਕ। ਉਹ ਦੱਸਦੇ ਕਿਉਂ ਵੀ ਜ਼ਿੰਦਾ ਕਰੇਗਾ, ਕਿਵੇਂ ਜ਼ਿੰਦਾ ਕਰੇਗਾ, ਬਹਿਸ ਹੁੰਦਾ ਤਾਂ ਸਾਰੇ ਨੂੰ ਜੀ ਇਹ ਅਤਰ ਜੀ, ਠੀਕ ਹੈ। ਉਹ ਅਤਰ ਖੁਦ ਲਾਂਦਾ ਹੈ ਜਾਂ ਉਹਦੇ ਕਿਸੇ ਵਾਰਸ ਨੂੰ ਦਿੰਦਾ ਹੈ, ਠੀਕ ਹੈ, ਕਿ ਇਹ ਤੁਸੀਂ ਅਤਰ ਲਾ ਦਿਓ, ਠੀਕ ਹੈ। ਉਹਦਾ ਕੋਈ ਵਾਰਸ ਜਿਹੜਾ ਹੁੰਦਾ ਹੈ, ਕਿਉਂਕਿ ਔਰਤ ਨੂੰ ਆਮ ਬੰਦਾ ਤਾਂ ਨਹੀਂ ਹੱਥ ਲਾ ਸਕਦਾ ਨਾ, ਉਹ ਕੋਈ ਵਾਰਸ ਜਿਹੜਾ ਵਾਰਸ ਨੂੰ ਦਿੰਦਾ, ਉਹ ਵਾਰਸ ਉਹਨਾਂ ਨੂੰ ਹੱਥ ਉਹ ਅਤਰ ਲਾਂਦਾ ਹੈ। ਉਹ ਲੜਕੀ ਅੱਲਾ ਦਾ ਨਾਮ ਲੈ ਕੇ ਕਲਮਾ ਪੜ੍ਹ ਕੇ ਜ਼ਿੰਦਾ ਹੋ ਜਾਂਦੀ। ਹੁਣ ਸਵਾਲ ਤਾਂ ਇਹ ਹੈ ਕਿ ਲੜਕੀ ਸ਼ਾਦੀ ਨਾ ਕਿਹੜੇ ਨਾ ਕਰੇਗੀ, ਜ਼ਿੰਦਾ ਹੋ ਗਈ ਉਹ ਲੜਕੀ ਵਾਸਤੇ ਬੜਾ ਇਮਤਿਹਾਨ ਹੈ, ਉਹਦੇ ਘਰ ਵਾਲੇ ਵਾਸਤੇ, ਠੀਕ ਹੈ। ਹੁਣ ਜਵਾਬ ਐਸਾ ਹੈ ਕਿ ਉਹ ਸ਼ਾਦੀ ਵੀ ਇੱਕ ਨਾਲ ਕਰੇਗੀ ਤੇ ਬਾਕੀ ਮੁਤਮਿਨ ਵੀ ਹੋ ਜਾਣਗੇ, ਕੋਈ ਰੌਲਾ ਲੜਾਈ ਝਗੜਾ ਵੀ ਨਹੀਂ ਪਵੇਗਾ। ਦੱਸੋ ਸ਼ਾਦੀ ਉਹ ਸ਼ੀਸ਼ੇ ਨਾਲ ਕਰੇਗੀ, ਕਲੀਨ ਵਾਲੇ ਨਾਲ ਕਰੇਗੀ ਜਾਂ ਅਤਰ ਵਾਲੇ ਨਾਲ ਕਰੇਗੀ? ਇਹ ਹੁਣ ਬੜਾ ਇਮਤਿਹਾਨ ਹੈ ਲੜਕੀ ਵਾਸਤੇ। ਸ਼ੀਸ਼ਾ ਨਾਲ ਕਰੇਗੀ, ਸ਼ੀਸ਼ੇ ਵਾਲੇ ਨਾਲ ਕੌਣ ਕਰੇਗੀ? ਕਿਤਰੇ ਮਤਲਬ ਸ਼ੀਸ਼ੇ ਵਾਲੇ ਨਾਲ ਕਿਉਂ? ਦੱਸੋ ਤੁਸੀਂ, ਹਾਂ ਦੱਸੋ ਕਿਉਂ ਸ਼ੀਸ਼ੇ ਵਾਲੇ ਨਾਲ ਕਿਉਂ ਕਰੇਗੀ? ਇਸ ਵਾਸਤੇ ਕਿ ਸ਼ੀਸ਼ਾ ਵਾਲੇ ਨੇ ਵੇਖਿਆ ਉਹਨੂੰ, ਵੇਖਿਆ, ਠੀਕ ਹੋ ਗਿਆ, ਤੇ ਉਹ ਫੌਤ ਹੋ ਗਈ, ਫੌਤ ਹੋ ਗਈ ਹੈ, ਠੀਕ ਹੈ, ਖਬਰ ਦਿੱਤੀ ਦੁਆ ਪਤਾ ਖਬਰ ਦੇ ਦਿੱਤੀ। ਅੱਛਾ ਹਾਂ ਤੁਸੀਂ ਦੱਸੋ ਜੀ। मेरे अंदाजे से क्लीन वाले ने शादी करेगी, ਕਲੀਨ ਵਾਲੇ ਨਾਲ ਕਿਉਂ ਕਰੇਗੀ? क्योंकि मैन चीज़ है ना, मैन चीज़ क्लीन वाले ने उन्होंने सारे ने पहुँचाया उथे। ਪਹੁੰਚਾਇਆ ਹੈ। ਹੁਣ ਗੱਲ ਸੁਣੋ ਜੀ, ਆਪਾਂ ਪਹੁੰਚ ਜਾਈਏ ਘਰ, ਠੀਕ ਹੈ, ਕੋਈ ਘਰ ਫੌਤਗੀ ਹੋਈ ਹੋਵੇ, ਅੱਗੇ ਬੰਦੇ को ਕੋਈ ਹੱਲ ਹੀ ਨਾ ਹੋਵੇ, ਟਾਈਮ ਨਾਲ ਪਹੁੰਚ ਹੀ ਨਾ ਸਕੇ, ਤਾਂ ਉਸ ਪਹੁੰਚਣ ਦਾ ਕੋਈ ਫਾਇਦਾ, ਔਰ ਉਹ ਅਤਰ ਵਾਲਾ ਦੂਸਰਾ ਜ਼ਿੰਦਾ ਹੀ ਨਾ ਕਰਦਾ ਤਾਂ ਫਿਰ ਉਹ ਕੀ ਕਰ ਲੈਂਦਾ? ਜੇ ਸ਼ੀਸ਼ੇ ਵਾਲਾ ਦੱਸਦਾ ਹੀ ਨਾ ਤਾਂ ਕਲੀਨ ਵਾਲਾ ਕੀ ਕਰ ਲੈਂਦਾ? ਠੀਕ ਹੈ, ਸ਼ੀਸ਼ੇ ਵਾਲੇ ਦੱਸਿਆ ਹੈ ਨਾ, ਸ਼ੀਸ਼ੇ ਵਾਲੇ ਨੇ ਵੀ ਆਪਣਾ ਕਿਰਦਾਰ ਅਦਾ ਕੀਤਾ। ਹੁਣ ਸਾਨੂੰ ਫੋਨ ਆ ਜਾਂਦਾ ਹੈ, ਠੀਕ ਹੈ, ਹੁਣ ਸਾਡੇ ਕੋਲ ਘਰ ਜਾਣ ਦੇ ਪੈਸੇ ਹੀ ਨਾ ਹੋਣ, ਜਹਾਜ਼ ਹੀ ਬੰਦ ਹੋਣ, सही है। ਹੈ ਜਾਂ ਉਹ ਕੀ ਕਰ ਲਵੇਗਾ ਕਲੀਨ ਵਾਲਾ ਤੇਰਾ? ਅਗਰ ਉਹ ਦਵਾਈ ਨਾ ਹੁੰਦੀ ਤਾਂ ਦਵਾਈ ਵੀ ਚਾਹੀਦੀ। ਹਾਂਜੀ ਤੁਸੀਂ ਦੱਸੋ। ਮੇਰੇ ਜ਼ਹਿਨ ਮੁਤਾਬਕ ਤਾਂ ਹੈ ਮੌਲਵੀ ਸਾਹਿਬ, ਸਾਰਾ ਕੰਮ ਅਤਰ ਵਾਲੇ ਦਾ। ਕਿਉਂ ਜੀ? ਜ਼ਿੰਦਾ ਉਸ ਕੀਤੀ ਹੈ ਅਤਰ ਲਾ ਕੇ, ਅੱਛਾ ਠੀਕ ਹੈ। ਅਗਰ ਉਹ ਜ਼ਿੰਦਾ ਹੀ ਨਾ ਕਰੇ ਯਾਰ ਹਾਂ, ਤੇ ਸ਼ਾਦੀ ਕਿਆਂ ਕਰ? ਜੋ ਸ਼ੀਸ਼ੇ ਵਾਲਾ ਫੋਨ ਉਹਦਾ ਦੱਸਦਾ ਹੀ ਨਾ, ਸਾਨੂੰ ਘਰੋਂ ਫੋਨ ਹੀ ਨਾ ਆਵੇ ਤੇ ਅਸੀਂ ਅੱਬੇ ਦੀ ਮੂੰਹ ਤੇ ਕਿਵੇਂ ਪਹੁੰਚਾਂਗੇ ਦੱਸੋ? ਜਾਂ ਜਹਾਜ਼ ਵਾਲਾ ਜਿਹੜਾ ਹੈ, ਸਾਨੂੰ ਜਹਾਜ਼ ਹੀ ਨਾ ਲੱਭੇ, ਸਾਡੇ ਕੋਲ ਪੈਸੇ ਹੀ ਨਾ ਹੋਣ, ਕੋਈ ਕਿਰਾਏ ਬਾਦ ਦਾ ਬੰਦੋਬਸਤ ਨਾ ਹੋਵੇ ਤਾਂ ਫੋਨ ਕੀ ਕਰ ਲਵੇਗਾ? ਠੀਕ ਹੈ। ਹੁਣ ਅਤਰ ਦਵਾਈ ਸਾਡੇ ਕੋਲ ਪਈ ਹੈ, ਜੀ ਅਤਰ ਦਾ ਦਵਾਈ ਹੈ ਨਾ, ਜੇ ਪਤਾ ਹੀ ਨਾ ਲੱਗਦਾ ਵੀ ਮਰੀ ਹੈ ਕਿ ਜਿੰਦੀ ਹੈ। ਸ਼ੀਸ਼ਾ ਨੇ ਦੱਸਿਆ ਤਾਂ ਹੈ, ਜਹਾਜ਼ ਵਾਲੇ ਪਹੁੰਚਾਇਆ ਉਹਨੂੰ, ਕਲੀਨ ਵਾਲੇ ਪਹੁੰਚਾਇਆ,
ਜੇ ਅਸੀਂ ਪਹੁੰਚਣਾ ਵੀ ਨਹੀਂ, ਸਾਨੂੰ ਪਤਾ ਵੀ ਨਾ ਲੱਗੇ ਤਾਂ ਅਸੀਂ ਦਵਾਈ ਕਿਵੇਂ ਪਹੁੰਚਾਵਾਂਗੇ? ठीक हो गया। ਕਿਰਦਾਰ ਤੇ ਇਹਨਾਂ ਦਾ ਬਰਾਬਰ ਹੈ। ठीक है। सही है। ਸ਼ੀਸ਼ੇ ਵਾਲੇ ਫੋਨ ਦਾ ਕੰਮ ਕੀਤਾ, ਉਹਨੇ ਦੱਸ ਦਿੱਤਾ, ਤਲਾਬ ਪਹੁੰਚਾ ਦਿੱਤੀ, ਟਾਈਮ ਤੇ ਪਹੁੰਚਾਈ, ਬਿਲਕੁਲ ਟਾਈਮ ਤੇ ਪਹੁੰਚਾਈ। ਠੀਕ ਹੈ, ਦਵਾਈ ਵੀ ਲੱਭ ਗਈ, ਦਵਾਈ ਨਾ ਹੁੰਦੀ ਤੇ ਫਿਰ ਵੀ ਕੁਝ ਨਹੀਂ ਹੋਣਾ ਸੀ। ਅੱਛਾ, ਉਸ ਤੋਂ ਬਾਅਦ ਪਹੁੰਚੇ ਦਾ ਜ਼ਰੀਆ ਨਾ ਹੁੰਦਾ ਤੇ ਫਿਰ ਉਹ ਅਤਲਾ ਵੀ ਜ਼ਾਇਆ ਤੇ ਦਵਾਈ ਵੀ ਜ਼ਾਇਆ। ਅਗਰ ਉਹਨਾਂ ਕੋਲ ਕਲੀਨ ਨਾ ਹੁੰਦੀ ਤੇ ਦਵਾਈ ਵੀ ਜ਼ਾਇਆ। ਅੱਛਾ, ਅਗਰ ਕਲੀਨ ਹੁੰਦੀ ਦਵਾਈ ਨਾ ਹੁੰਦੀ ਤੇ ਉੱਥੇ ਪਹੁੰਚਣਾ ਜ਼ਾਇਆ। ਠੀਕ ਹੈ, ਔਰ ਅਗਰ ਦਵਾਈ ਨਾ ਹੁੰਦੀ, ਅਤਰ ਨਾ ਹੁੰਦਾ ਤੇ ਅਤਲਾ ਵੀ ਜ਼ਾਇਆ ਤੇ ਉੱਥੇ ਪਹੁੰਚਣਾ ਫਿਰ ਵੀ ਜ਼ਾਇਆ। ਕਿਰਦਾਰ ਤਿੰਨਾਂ ਦੇ ਬਰਾਬਰ ਨਹੀਂ, ਕਿਰਦਾਰ ਦੇ ਲਿਹਾਜ਼ ਨਾਲ ਤਿੰਨਾਂ ਦਾ ਬਰਾਬਰ ਹੈ। ਉਹ ਤਿੰਨਾਂ ਤੇ ਮੁਤਮਿਨ ਹੋਵੇਗੀ ਸ਼ਾਦੀ ਤੇ। तेरे चिराया मसा। ਤਿੰਨੇ ਚੀਜ਼ਾਂ ਅਹਿਮ ਨੇ, ਲੇਕਿਨ ਇੱਕ ਵਿੱਚ ਗੱਲ ਹੈ ਕਿ ਉਹਦੇ ਤੇ ਸਾਰੇ ਮੁਤਮਿਨ ਹੋ ਜਾਣਗੇ। ਮੁਫੱਕਰ, ਆਲਮ, ਬਾਦਸ਼ਾਹ, ਪ੍ਰੋਫੈਸਰ, ਡਾਕਟਰ, ਲੜਕੀ ਖੁਦ, 2 ਲੜਕੇ। ਹੁਣ ਜਿੱਦਾਂ 2 ਲੜਕੇ ਇਹਨੇ ਯਤਨ ਕੀਤੇ ਨੇ, ਉਹ ਐਡੀ ਸੌਖੀ ਤੇ ਸ਼ਹਾਦਤ ਨਹੀਂ ਛੱਡਣ ਲੱਗੇ ਨਾ। इस तरह। ਉਹ ਵੀ ਕੇਸ ਕਰ ਸਕਦਾ ਵੀ ਸਾਡੀ ਵੀ ਗੱਲ ਹੈ ਐਡੀ ਸੌਖੀ ਤੂੰ ਨਾ ਵੀ ਨਹੀਂ ਛੱਡਦੇ ਹੋਣੀ ਨਾ ਕਿ ਜਾ ਵੀ ਸ਼ੀਸ਼ੇ ਵਾਲਾ ਤੂੰ ਲੈ ਲੈ ਜਾਂ ਜਾ ਕਲੀਨ ਵਾਲਾ ਤੂੰ ਲੈ ਲੈ। ਉਹਦਾ ਵੀ ਸਾਲ ਰੋਲ ਕੇ ਆਏ, ਨਜ਼ਾਇਆ ਕਰਕੇ ਆਏ ਨਾ, ਸ਼ਾਦੀ ਪਿੱਛੇ ਆਏ ਨਾ। ਲੇਕਿਨ ਇੱਕ ਐਸੀ ਵਜ੍ਹਾ ਕਿ ਜਿਹੜੀ ਲੜਕੀ ਦੱਸੇਗੀ, ਕਿਉਂਕਿ ਪੂਰਾ ਕੇਸ ਦਾਇਰ ਹੋਣਾ ਹੈ, ਪੂਰੀ ਪਰੇ ਪਾਉਣੀ ਹੈ, ਪੰਚਾਇਤ ਪਾਉਣੀ। ਇਹ ਤਾਂ ਨਹੀਂ ਵੀ ਮੈਂ ਤਾਂ ਉਹਦੀ ਨੱਥੂ ਨਾ ਕਰਨੀ ਤਾਂ ਮੈਂ ਫਤੂ ਨਾ ਕਰਨੀ, ਤੁਸੀਂ 2 ਜਾਓ, 2 ਜਾਂ ਤਾਂ ਨਹੀਂ ਛੱਡਣੀ। ਹੁਣ ਇਸ ਤਰ੍ਹਾਂ ਮਤਲਬ ਇਹ ਹੈ ਕਿ ਸਵਾਲ ਤੁਸੀਂ ਕੀਤਾ ਹੈ, ਅਸੀਂ 3 ਬੰਦੇ ਬੈਠੇ ਹਾਂ, ਅਸਾਂ ਜੋ ਕੋਈ ਰੀਜ਼ਨ ਸਾਨੂੰ ਤੁਹਾਨੂੰ ਦੱਸ ਛੋੜਿਆ। ਹੁਣ ਤੁਸੀਂ ਸਾਨੂੰ ਇਸ ਪੂਰੀ ਕਹਾਣੀ ਦਾ ਜਵਾਬ ਵੀ ਦੱਸੋ। ਅੱਛਾ, ਇਹਦਾ ਜਵਾਬ ਹੈ ਕਿ ਗੱਲ ਕਰ ਸ਼ਾਦੀ ਕਰਸੀ ਉਹ ਸ਼ੀਸ਼ੇ ਵਾਲੇ ਨਾਲ। ਕਿਉਂ ਹੈ? ਅਗਰ ਇਸ ਪੁਆਇੰਟ ਨਾਲ ਵੇਖੀਏ ਕਿ ਉਹਨੇ ਇਤਲਾਹ ਦਿੱਤੀ ਹੈ ਤੇ ਫਿਰ ਬਾਕੀਆਂ ਦਾ ਵੀ ਕਿਰਦਾਰ ਹੈ। ਠੀਕ ਹੈ। ਬਾਕੀਆਂ ਵੀ ਰੌਲਾ ਪਾ ਲੈਣੇ ਕਿ ਭਾਈ ਤੂੰ ਇਤਲਾਹ ਦਿੱਤੀ ਤੇ ਕੀ ਹੋ ਗਿਆ, ਮੈਂ ਜ਼ਿੰਦਾ ਹੀ ਨਾ ਕਰਦਾ, ਜੇ ਤੁਸੀਂ ਪਹਿਲੇ ਆਖਿਆ ਕਲੀਨ ਵਾਲਾ ਸੀ ਮੈਂ ਪਹੁੰਚਾਉਂਦਾ ਨਾ, ਤੂੰ ਕੀ ਕਰ ਲੈਂਦਾ ਵੀ ਸ਼ੀਸ਼ੇ ਵਾਲਿਆ। ਠੀਕ ਹੈ, ਠੀਕ ਹੋ ਗਿਆ। ਲੇਕਿਨ ਉਹ ਸ਼ਾਦੀ ਉਹ ਇਸ ਵਕਤ ਕਰੇਗੀ ਕਿ ਜਦੋਂ ਉਹਨੇ ਸ਼ੀਸ਼ੇ 'ਚ ਵੇਖਿਆ। ਸਵਾਲ ਕਿਸ ਕਿ ਜਿਹਨੇ ਉਹਨੇ ਵੇਖਿਆ ਉਹ ਨੂੰ ਗੁਸਲ ਦਿੱਤਾ ਜਾ ਰਿਹਾ ਸੀ ਠੀਕ ਹੋ ਤੇ ਗਿਆ। ਗੁਸਲ ਦੇ ਵਿੱਚ ਬੰਦਾ ਬੇਹਜਾਬੀ ਦੀ ਸ਼ਕਲ 'ਚ ਹੁੰਦਾ ਹੈ। ਬਾਕੀਆਂ ਨੇ ਦੋਵਾਂ ਨੇ ਵੇਖਿਆ ਤਾਂ ਉਹ ਪਰਦੇ ਸੀ ਕਿ ਉਹਨੂੰ ਕਫਨ ਦਿੱਤਾ ਜਾ ਚੁੱਕਾ ਸੀ। ਉਹਨੇ ਬੇਪਰਦਗੀ 'ਚ ਵੇਖਿਆ, ਔਰ ਜਦੋਂ ਬੰਦਾ ਕਿਸੇ ਨੂੰ ਬੇਪਰਦਗੀ ਵੇਖ ਲੈਂਦਾ ਫਿਰ ਹੱਕ ਹੁੰਦਾ ਹੀ ਹੈ। ਇਸ ਤਰ੍ਹਾਂ। ਸ਼ਰੀਅਤ ਦੇ ਰੂਲ ਨਾਲ ਵੀ, ਕਾਨੂੰਨ ਦੇ ਲਿਹਾਜ਼ ਨਾਲ ਵੀ। ਜਿਹੜੇ ਲੜਕੀ ਨੇ ਜਵਾਬ ਦਿੱਤਾ ਨੇ ਕਿ ਮੈਨੂੰ ਇਹਨੇ ਬੇਪਰਦਗੀ ਦੀ ਹਾਲਤ 'ਚ ਵੇਖਿਆ, ਬੇਹਜਾਬੀ ਦੀ ਹਾਲਤ 'ਚ ਵੇਖਿਆ ਤੇ ਮੈਂ ਕਿਸੇ ਹੋਰ ਨਾਲ ਕਿਵੇਂ ਸ਼ਾਦੀ ਕਰਾਂ। ਇਹਦੇ ਤੋਂ ਦੂਸਰੇ 2 ਵੀ ਮੁਤਮਿਨ ਹੋ ਗਏ ਜਿਹੜੇ ਉੱਥੇ ਆਲਮ ਸਨ, ਜੱਜ ਸਨ, ਮੁਫੱਕਰ ਸਨ, ਕਿਉਂਕਿ ਸ਼ਰੀਅਤ ਦਾ ਸਵਾਲ ਵੀ ਇਹੀ ਹੈ ਨਾ। ਠੀਕ ਹੋ ਗਿਆ। ਠੀਕ ਹੈ, ਮੁਤਮਿਨ ਹੋ ਇਸ ਜਵਾਬ ਤੇ, ਐਵੇਂ ਹੀ ਬਣਦਾ जवाब। इस तरह यही ठीक हो गया। ठीक हो गया जी। क्या बात। अच्छा, इसमें मैं एक बात ऐड कर दूं कि ऐसा नहीं होता कि जब गुस्ल दिया जा रहा होता है किसी भी औरत या मर्द को तो वो बिल्कुल बेपर्द होता है। ऐसा नहीं होता। जितना शरीयत में हुक्म है उतना उसके जिस्म को ढांपा जाता है, यानी कि उसका सतर जो होता है औरत या मर्द का वो ढांपा जाता है, बिल्कुल बेपर्द नहीं होता। जितना शरीयत में हुक्म है उतना उसके जिस्म को ढांपा जाता है, लेकिन भी फिर भी बे एहतियाती में या बेदहानी में या गैर इरादी तौर पर उसके जिस्म से वो कपड़ा हट भी सकता है। तो इसलिए कोशिश किया करें कि जिसको भी आप गुस्ल दे रहे हो, आप उन गुस्ल देने वालों में शामिल हो, तो कोशिश ये किया करो, ये करनी चाहिए कि हमें वहाँ से कुछ चीज़ ऐसी पता चलती है तो उसको हमें राज रखना है, उसको सरेआम नहीं करना, लोगों को नहीं ये बताना कि उसमें ये था, उसमें ये था, उसमें वो था। ऐसा नहीं है कि अगर हमें वो फ्रीज़ा दिया गया है उसको गुस्ल देने का, तो हमें उसकी जो बेपर्दगी है उसको ज़ाहिर नहीं करना, उसकी जो खामी है उसको लोगों में सरेआम नहीं करना। तो कहने का मतलब यही होता है कि जितना शरीयत में हुक्म होता है उतना उसके जिस्म को ढांपा जाता है।